ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਵਰੁਣ ਕੌਰ ਮਾਨ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਦੇ। ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ, 5 ਸਾਲਾਂ ਲਈ ਐਂਟਰੀ ਤੇ ਲੱਗੀ ਪਾਬੰਦੀ। ਬੰਬਈ ਹਮਲੇ ਦੇ ਦੋਸ਼ੀ ਰਾਣਾ ਨੂੰ ਰਾਹਤ, ਅਮਰੀਕੀ ਅਦਾਲਤ ਨੇ ਹਵਾਲਗੀ ਤੇ ਲਗਾਈ ਰੋਕ। ਚੀਨ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ਨੂੰ ਕੀਤਾ ਸੌਖਾ, ਅਰਜ਼ੀਆਂ ਲਈ ਲੋੜੀਂਦੇ ਦਸਤਾਵੇਜ਼ ਵੀ ਦੱਸੇ। ਜੰਗਲ ਦੀ ਅੱਗ ਸੰਬੰਧੀ ਖਬਰਾਂ ਬਲੌਕ ਕਰਕੇ ਮੈਟਾ ਸੇਫਟੀ ਦੀ ਥਾਂ ਮੁਨਾਫੇ ਨੂੰ ਅਹਿਮੀਅਤ ਦੇ ਰਹੀ ਹੈ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ। ਟੈਕਸ ਲਗਾਉਣ ਵਿੱਚ ਮਹਾਰਾਜਾ ਹੈ ਭਾਰਤ, ਜੇਕਰ ਮੈਂ ਸੱਤਾ 'ਚ ਆਇਆ ਤਾਂ ਦਿੱਤੀ ਹੈ ਜੀ। ਟਰੰਪ ਨੇ ਧਮਕੀ ਕੀ ਤੇ ਕਿਉਂ ਦਿੱਤੀ ਹੈ, ਦੱਸਾਂਗੇ ਵਿਸਥਾਰ ਵਿੱਚ। ਮੈਕਸੀਕੋ ਦੀ ਇੱਕ ਬੱਸ ਵਿੱਚੋਂ $3,80,000 ਤੋਂ ਵੱਧ ਕੀਮਤ ਦੀ ਕੋਕੀਨ ਜ਼ਬਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਬੀਤੇ ਦਿਨੀ ਜਿਹੜੇ 21 ਭਾਰਤੀ ਵਿਦਿਆਰਥੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸੀ, ਉਹਨਾਂ ਦੇ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤੇ ਗਏ ਸੀ। ਉਹ ਹੁਣ ਇੱਕ ਹੋਰ ਭਿਆਨਕ ਹਕੀਕਤ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਤੇ ਦੇਸ਼ ਵਿੱਚ 5 ਸਾਲਾਂ ਲਈ ਦਾਖਲਾ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਦਾ ਪ੍ਰਭਾਵ ਕੇਵਲ ਅਮਰੀਕਾ ਤੱਕ ਹੀ ਸੀਮਤ ਨਹੀਂ ਹੈ, ਕਿਉਂਕਿ ਮਾਹਿਰ ਚੇਤਾਵਨੀ ਦਿੰਦੇ ਨੇ ਕਿ ਕੈਨੇਡਾ, UK ਅਤੇ ਆਸਟ੍ਰੇਲੀਆ ਸਮੇਤ ਹੋਰ ਪ੍ਰਸਿੱਧ ਅੰਤਰਰਾਸ਼ਟਰੀ ਅਧਿਐਨ ਸਥਾਨਾਂ ਦੇ ਵਿੱਚ ਦਾਖਲ ਹੋਣ ਦੀਆਂ ਸੰਭਾਵਨਾਵਾਂ ਨੂੰ ਵੀ ਖਤਰੇ ਵਿੱਚ ਪਾ ਸਕਦੇ ਨੇ ਅਤੇ ਉੱਥੇ ਵੀ ਉਹਨਾਂ ਦੇ ਜਾਣ ਤੇ ਪਾਬੰਦੀ ਹੋਏਗੀ। USA ਨੇ ਭਾਰਤ ਦੇ ਤੇਲੰਗਾਨਾ ਦੇ ਵਿਦਿਆਰਥੀਆਂ ਨੂੰ ਵੀਜ਼ਾ ਦਸਤਾਵੇਜ਼ਾਂ ਵਿੱਚ ਗੜਬੜੀ ਕਾਰਨ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਸੀ। ਜਿਵੇਂ ਕਿ ਮਾਹਿਰ ਇਸ ਸਥਿਤੀ ਦੇ ਬਾਰੇ ਨਤੀਜਿਆਂ ਦੀ ਖੋਜ ਕਰਦੇ ਨੇ ਅਤੇ ਉਹਨਾਂ ਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਪ੍ਰਭਾਵ ਤੁਰੰਤ ਦਾਖਲੇ ਤੇ ਪਾਬੰਦੀ ਤੋਂ ਕਿਤੇ ਵੱਧ ਨੇ। ਇਹ ਇੱਕ ਮਹੱਤਵਪੂਰਨ ਚਿੰਤਾ ਵੀ ਹੈ ਕਿ ਭਵਿੱਖ ਵਿੱਚ ਇੱਕ H-1B ਵੀਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵੇਲੇ ਇਹਨਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਸੰਭਾਵੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਰੁਕਾਵਟ ਉਦੋਂ ਤੱਕ ਕਾਇਮ ਰਹਿ ਸਕਦੀ ਹੈ ਜਦੋਂ ਤੱਕ ਕਿ ਵੱਡੀਆਂ ਬਹੁਰਾਸ਼ਟਰੀ ਕਾਰਪੋਰੇਸ਼ਨਸ ਦੇ ਦੁਆਰਾ ਉਹਨਾਂ ਦੀ ਅਰਜ਼ੀ ਦਾ ਸਮਰਥਨ ਨਹੀਂ ਕੀਤਾ ਜਾਂਦਾ ਹੈ। ਦੇਸ਼ ਨਿਕਾਲੇ ਦੀਆਂ ਚਿੰਤਾਵਾਂ ਵਿਚਕਾਰ ਅਮਰੀਕਾ ਵੱਲ ਨੂੰ ਜਾ ਰਹੇ ਵਿਦਿਆਰਥੀਆਂ ਲਈ ਦਸਤਾਵੇਜ਼ਾਂ ਦੀ ਜਾਂਚ ਦਾ ਕਾਨੂੰਨ ਬਹੁਤ ਸਖਤ ਹੋਇਆ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਵਿੱਤੀ ਨੁਕਸਾਨ ਵੀ ਹੁੰਦਾ ਹੈ। ਉਹਨਾਂ ਦੇ ਖਰਚਿਆਂ ਵਿੱਚ ਜਿਵੇਂ ਕਿ ਵੀਜ਼ਾ ਫੀਸ, ਹਵਾਈ ਜਹਾਜ਼ ਦਾ ਕਿਰਾਇਆ, ਯੂਨੀਵਰਸਿਟੀ ਐਪਲੀਕੇਸ਼ਨਸ ਖਰਚੇ, ਸਲਾਹਕਾਰ ਦੇ ਖਰਚੇ ਸ਼ਾਮਲ ਹੁੰਦੇ ਨੇ। 21 ਵਿਦਿਆਰਥੀਆਂ ਨੂੰ ਇੱਕ ਦਿਨ ਵਿੱਚ ਅਮਰੀਕਾ ਤੋਂ ਜ਼ਬਰਦਸਤੀ ਕੀਤੇ ਜਾਣ ਦੀ ਰਿਪੋਰਟ ਦੀ ਘਟਨਾ ਨੇ ਵੀਜ਼ਾ ਸੰਬੰਧੀ ਮੁੱਦਿਆਂ ਤੇ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਬਾਰੇ ਚਿੰਤਾਵਾਂ ਨੂੰ ਜਗਾਇਆ ਹੈ। ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਹਿਣ ਵਾਲੇ ਇਹਨਾਂ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਉੱਚ ਸਿੱਖਿਆ ਦੇ ਸੁਪਨੇ ਨੂੰ ਲੈ ਕੇ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ। ਉਹਨਾਂ ਦੀਆਂ ਇੱਛਾਵਾਂ ਨੂੰ ਅਚਾਨਕ ਕੁਚਲ ਦਿੱਤਾ ਗਿਆ। ਇਹਨਾਂ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਸੀ, ਜਿਸ ਨਾਲ ਉਹਨਾਂ ਨੂੰ ਸੰਖੇਪ ਹਿਰਾਸਤ ਵਿੱਚ ਲਿਆ ਗਿਆ। ਇਹ ਘਟਨਾਵਾਂ ਅਮਰੀਕਾ ਦੇ ਮੁੱਖ ਹਵਾਈ ਅੱਡਿਆਂ ਅਟਲਾਂਟਾ, ਸ਼ਿਕਾਗੋ ਅਤੇ ਸਾਨ ਫਰਾਂਸਿਸਕੋ, ਕੈਲੀਫੋਰਨੀਆ ਵਿੱਚ ਵਾਪਰੀਆਂ ਸੀ। ਅਮਰੀਕਾ ਦੀ ਅਦਾਲਤ ਨੇ ਦੇਸ਼ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੀ ਅਪੀਲ ਨੂੰ ਰੱਦ ਕਰਦੇ ਹੋਏ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵਰ ਰਾਣਾ ਦੀ ਭਾਰਤ ਹਵਾਲਗੀ ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਰਾਣਾ 2008 ਦੇ ਬੰਬਈ ਅੱਤਵਾਦੀ ਹਮਲੇ 'ਚ ਆਪਣੀ ਸ਼ਮੂਲੀਅਤ ਦੇ ਲਈ ਭਾਰਤ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਰਾਣਾ ਨੇ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਵਿਰੁੱਧ 9ਵੀਂ ਸਰਕਟ ਕੋਰਟ ਆਫ ਅਪੀਲਜ਼ ਵਿੱਚ ਅਪੀਲ ਕੀਤੀ ਹੈ, ਜਿਸ ਨੇ ਹੈਬੀਅਸ ਕਾਰਪਸ ਰਿਟ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇੱਥੇ ਦੱਸ ਦਈਏ ਕਿ ਹੈਬੀਅਸ ਕਾਰਪਸ ਇੱਕ ਕਿਸਮ ਦਾ ਕਾਨੂੰਨੀ ਵਾਰੰਟ ਹੈ ਜਿਸ ਦੁਆਰਾ ਕਿਸੇ ਗੈਰ ਕਾਨੂੰਨੀ ਕਾਰਨਾਂ ਕਰਕੇ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਰਿਹਾ ਕੀਤਾ ਜਾ ਸਕਦਾ ਹੈ। ਕੇਂਦਰੀ ਕੈਲੀਫੋਰਨੀਆ ਲਈ US ਜ਼ਿਲ੍ਹਾ ਅਦਾਲਤ ਨੇ ਜੱਜ ਡੇਲ ਐਸ ਫਿਸ਼ਰ ਨੇ ਆਪਣੇ ਹਾਲੀਆ ਹੁਕਮ ਦੇ ਵਿੱਚ ਕਿਹਾ ਕਿ ਰਾਣਾ ਨੂੰ ਹਵਾਲਗੀ ਤੇ ਰੋਕ ਦੀ ਮੰਗ ਕਰਨ ਦੇ ਲਈ ਉਸ ਦੀ ਇੱਕ ਪੱਖੀ ਅਰਜ਼ੀ ਦੀ ਆਗਿਆ ਹੈ। ਜੱਜ ਫਿਸ਼ਰ ਨੇ 18 ਅਗਸਤ ਨੂੰ
ਦਿੱਤੇ ਹੁਕਮਾਂ ਦੇ ਵਿੱਚ ਕਿਹਾ ਸੀਗਾ ਕਿ ਅਮਰੀਕੀ ਅਦਾਲਤ ਆਫ ਅਪੀਲਸ ਫਾਰ 9ਵੇਂ ਸਰਕਟ ਸਾਹਮਣੇ ਲੰਬਿਤ ਰਾਣਾ ਦੀ ਅਪੀਲ ਤੇ ਫੈਸਲਾ ਹੋਣ ਤੱਕ ਰਾਣਾ ਦੀ ਭਾਰਤ ਹਵਾਲਗੀ ਤੇ ਰੋਕ ਲਾਈ ਜਾਂਦੀ ਹੈ। ਇਸ ਤਰ੍ਹਾਂ ਜੱਜ ਨੇ ਸਰਕਾਰ ਦੀਆਂ ਉਹਨਾਂ ਸਿਫਾਰਿਸ਼ਾਂ ਨੂੰ ਰੱਦ ਕਰ ਦਿੱਤਾ ਕਿ ਰਾਣਾ ਦੀ ਹਵਾਲਗੀ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ। ਰਾਣਾ ਬੰਬਈ ਹਮਲਿਆਂ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਸਦੇ ਪਾਕਿਸਤਾਨੀ ਅਮਰੀਕੀ ਅੱਤਵਾਦੀ ਡੇਵਿਡ ਨਾਲ ਸੰਬੰਧ ਸਨ, ਜੋ 26/11 ਦੇ ਬੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ ਸੀ। ਜੱਜ ਨੇ ਕਿਹਾ ਕਿ ਹਵਾਲਗੀ ਸੰਧੀ ਦੀ ਧਾਰਾ 6 ਵਿੱਚ ਅਪਰਾਧ ਦਾ ਸਹੀ ਅਰਥ ਸਪਸ਼ਟ ਨਹੀਂ ਹੈ ਅਤੇ ਵੱਖ-ਵੱਖ ਨਿਆਇਕ ਵੱਖ-ਵੱਖ ਸਿੱਟੇ ਕੱਢ ਸਕਦੇ ਨੇ। ਰਾਣਾ ਦੀ ਸਥਿਤੀ ਨਿਸ਼ਚਿਤ ਤੌਰ ਤੇ ਵਿਚਾਰਯੋਗ ਹੈ ਅਤੇ ਅਪੀਲ ਦੀ ਸੁਣਵਾਈ ਵਿੱਚ ਸਹੀ ਪਾਈ ਜਾ ਸਕਦੀ ਹੈ। ਜੱਜ ਨੇ ਲਿਖਿਆ ਕਿ ਭਾਰਤ ਦੀ ਹਵਾਲਗੀ ਦੀ ਬੇਨਤੀ ਦੀ ਪਾਲਣਾ ਜ਼ਰੂਰੀ ਹੈ, ਪਰ ਰਾਣਾ ਦੀ ਹਵਾਲਗੀ ਦੀ ਕਾਰਵਾਈ 3 ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਪ੍ਰਕਿਰਿਆ ਵਿੱਚ ਹੁਣ ਤੱਕ ਕੋਈ ਜਲਦਬਾਜ਼ੀ ਨਹੀਂ ਹੋਈ। ਯੂਐਸ ਕੋਰਟ ਆਫ ਅਪੀਲਸ ਫਾਰ ਦਾ 9ਵੇਂ ਸਰਕਟ ਨੇ ਰਾਣਾ ਨੂੰ 10 ਅਕਤੂਬਰ ਤੋਂ ਪਹਿਲਾਂ ਆਪਣੀਆਂ ਦਲੀਲਾਂ ਪੇਸ਼ ਕਰਨ ਦੇ ਲਈ ਕਿਹਾ ਅਤੇ ਅਮਰੀਕੀ ਸਰਕਾਰ ਨੂੰ 8 ਨਵੰਬਰ ਤੱਕ ਕਾਰਵਾਈ ਪੂਰੀ ਕਰਨ ਦਾ ਸਮਾਂ ਦਿੱਤਾ ਹੈ। चीन ने भारतीयों लिए एक अहम ऐलान किया है। ऐलान के मुताबिक चीन ने व्यापार सैर सपाटा चीनी नागरिकों लिए छोटी मियाद के परिवारक दौरे ट्रांजिट ਅਤੇ चालक दल वीज़ा ਲਈ अर्जी देने वाले भारतीय नागरिकों लिए अपने वीज़ा नियम ਨੂੰ अस्थाई तौर ਤੇ सौखा कर दिता। भारत ਵਿੱਚ चीनी दूतघर ने एक बयान जारी करके इन्हां तब्दीलियां बारे जानकारी दी। ऐलान के अनुसार कारोबार सैर सपाटा थोड़े समय ਲਈ परिवारक मुलाकातां आवाजाही ਅਤੇ चालक दल के उद्देश्यों ਲਈ ਸਿੰਗਲ ਜਾਂ ਡਬਲ ਐਂਟਰੀ ਵੀਜ਼ਾ ਦੀ ਮੰਗ ਕਰਨ ਵਾਲੇ ਯੋਗ ਬਿਨੇਕਾਰਾਂ ਨੂੰ ਹੁਣ 31 ਦਸੰਬਰ 2023 ਤੱਕ ਬਾਇਓਮੈਟ੍ਰਿਕ ਡੇਟਾ ਪ੍ਰਦਾਨ ਕਰਨ ਦੀ ਲੋੜ ਨਹੀਂ ਹੋਏਗੀ। ਇਹ ਬਦਲਾਅ 2023 ਦੇ ਅੰਤ ਤੱਕ ਲਾਗੂ ਰਹਿਣਗੇ। ਕੁਝ ਛੋਟ ਪਹਿਲਾਂ ਹੀ ਮੌਜੂਦ ਨੇ। ਇੱਥੇ ਦੱਸ ਦਈਏ ਕਿ ਭਾਰਤੀ ਯਾਤਰੀਆਂ ਲਈ ਚੀਨੀ ਵੀਜ਼ੇ ਦੀ ਕੀਮਤ 3800 ਰੁਪਏ ਤੋਂ ਲੈ ਕੇ 7800 ਰੁਪਏ ਤੱਕ ਹੈ। ਇਹ ਵੀਜ਼ਾ ਦੀ ਕਿਸਮ ਅਤੇ ਇਸ ਦੀ ਵੈਧਤਾ ਦੀ ਮਿਆਦ ਤੇ ਨਿਰਭਰ ਕਰਦਾ ਹੈ। ਵੀਜ਼ਾ ਸੰਬੰਧੀ ਜਾਣਕਾਰੀ ਦੀ ਮੰਗ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਮਦਦ ਦੇ ਲਈ ਨਵੀਂ ਦਿੱਲੀ ਵਿੱਚ ਚੀਨੀ ਦੂਤਘਰ ਨਾਲ ਸਿੱਧੇ ਸੰਚਾਰ ਚੈਨਲ ਸਥਾਪਿਤ ਕੀਤੇ ਗਏ ਹਨ। सोमवार ਨੂੰ प्रधानमंत्री जस्टिन ट्रूडो ने मैटा की आलोचना करदियां आख्या कि अपने प्लेटफॉर्म्स तो घरेलू खबरां ब्लॉक करके कंपनी ने चंगा नहीं किया। ट्रूडो ने कहा कि फेसबुक की पैरेंट कंपनी सेफ्टी तो वध तरजीह मुनाफे नूं दे रही है ਤੇ ਦੂਜੇ ਪਾਸੇ ਸੈਂਕੜੇ ਲੋਕਾਂ ਨੂੰ ਜੰਗਲ ਦੀ ਅੱਗ ਕਾਰਨ ਆਪਣੇ ਘਰ-ਬਾਰ ਛੱਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਖਬਰਾਂ ਸਾਰਿਆਂ ਤੱਕ ਨਹੀਂ ਪਹੁੰਚ ਰਹੀਆਂ। ਖਬਰਾਂ ਲਈ ਇੰਟਰਨੈਟ ਕੰਪਨੀਆਂ ਨੂੰ ਸੰਬੰਧਿਤ ਪਬਲਿਸ਼ਰਸ ਨੂੰ ਬਣਦੀ ਰਕਮ ਦੇਣ ਸੰਬੰਧੀ ਕੈਨੇਡਾ ਵਿੱਚ ਲਿਆਂਦੇ ਗਏ ਨਵੇਂ ਲਾਅ ਤੋਂ ਬਾਅਦ ਮੈਟਾ ਵਰਗੀਆਂ ਵੱਡੀਆਂ ਕੰਪਨੀਆਂ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਪਲੇਟਫਾਰਮਸ ਦੇ ਉੱਤੇ ਪਾਈਆਂ ਖਬਰਾਂ ਕੈਨੇਡੀਅਨ ਯੂਜ਼ਰਸ ਦੇ ਲਈ ਬਲੌਕ ਕਰ ਦਿੱਤੀਆਂ। ਟਰੂਡੋ ਦੀਆਂ ਇਹ ਟਿੱਪਣੀਆਂ ਸਰਕਾਰ ਵੱਲੋਂ ਮੈਟਾ ਉੱਤੇ ਬੋਲਿਆ ਗਿਆ ਤਾਜ਼ਾ ਹਮਲਾ ਨੇ। ਪੀਆਈ ਵਿਖੇ ਨਿਊਜ਼ ਕਾਨਫਰੰਸ ਦੇ ਵਿੱਚ ਟਰੂਡੋ ਨੇ ਕਿਹਾ ਕਿ ਫੇਸਬੁੱਕ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇ ਰਹੀ ਹੈ ਤੇ ਕੰਪਨੀ ਦੀਆਂ ਅਜਿਹੀਆਂ ਹਰਕਤਾਂ ਅਪਹੁਰਦੀਆਂ ਨੇ। ਫੈਡਰਲ ਲਿਬਰਲ ਕੈਬਨਿਟ ਮੰਤਰੀਆਂ ਵੱਲੋਂ ਪਿਛਲੇ ਹਫ਼ਤੇ ਇਸ ਤਰ੍ਹਾਂ ਦੀ ਪਾਬੰਦੀ ਨੂੰ ਗੈਰ ਜ਼ਿੰਮੇਵਾਰਾਨਾ ਹਰਕਤ ਦੱਸਿਆ ਗਿਆ ਸੀ। ਜੰਗਲ ਦੀ ਅੱਗ ਤੋਂ ਬਚਣ ਦੇ ਲਈ ਭੱਜ ਰਹੇ ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਅੱਗ ਬਾਰੇ ਅਹਿਮ ਡਾਟਾ ਲੋਕਾਂ ਨਾਲ ਸਾਂਝਾ ਕਰਨ ਤੋਂ ਅਜਿਹਾ ਬੈਨ ਉਹਨਾਂ ਨੂੰ ਰੋਕ ਰਿਹਾ ਹੈ। ਟਰੂਡੋ ਨੇ ਵੀ ਆਖਿਆ ਕਿ ਫੇਸਬੁੱਕ ਵਰਗੀਆਂ ਕੰਪਨੀਆਂ ਜਿਹੜੀਆਂ ਕੈਨੇਡੀਅਨਸ ਦੇ ਕੋਲ ਕਈ ਬਿਲੀਅਨ ਡਾਲਰ ਕਮਾ ਰਹੀਆਂ ਨੇ, ਅਜੋਕੇ ਸਮੇਂ ਵਿੱਚ ਅਸੀਂ ਉਹਨਾਂ ਤੋਂ ਹੋਰ ਆਸ ਲਾਈ ਬੈਠੇ ਹਾਂ। ਇਸ ਸਾਰੇ ਮਾਮਲੇ ਉੱਤੇ ਟਿੱਪਣੀ ਕਰਨ ਦੀ ਮੰਗ ਉੱਤੇ ਮੈਟਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ ਗਈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਕੁਝ ਅਮਰੀਕੀ ਉਤਪਾਦਾਂ ਖਾਸ ਕਰਕੇ ਹਾਰਲੇ ਡੇਵਿਡਸਨ ਮੋਟਰਸਾਈਕਲ ਤੇ ਭਾਰਤ ਵਿੱਚ ਉੱਚ ਟੈਕਸ ਦਰ ਦਾ ਮੁੱਦਾ ਚੁੱਕਿਆ ਅਤੇ ਸੱਤਾ ਵਿੱਚ ਵਾਪਸ ਆਉਣ ਤੇ ਉਹਨਾਂ ਹੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਦੇ ਤੌਰ ਤੇ ਆਪਣੇ ਕਾਰਜਕਾਲ ਦੌਰਾਨ ਟਰੰਪ ਨੇ ਭਾਰਤ ਨੂੰ ਇੱਕ ਟੈਕਸ ਲਗਵਾਉਣ ਵਾਲਾ ਮਹਾਰਾਜਾ ਦੱਸਿਆ ਸੀ ਅਤੇ ਮਈ 2019 ਵਿੱਚ ਜਨਰਲਾਈਜ਼ਡ ਸਿਸਟਮ ਆਫ ਪ੍ਰੋਸੈਸ ਯਾਨੀ ਕਿ GSP ਨੂੰ ਖਤਮ ਕਰ ਦਿੱਤਾ ਸੀ। ਟਰੰਪ ਨੇ ਦੋਸ਼ ਲਗਾਇਆ ਸੀਗਾ ਕਿ ਭਾਰਤ ਨੇ ਅਮਰੀਕਾ ਨੂੰ ਆਪਣੇ ਬਾਜ਼ਾਰਾਂ ਤੱਕ ਬਰਾਬਰ ਅਤੇ ਨਿਰਪੱਖ ਪਹੁੰਚ ਨਹੀਂ ਦਿੱਤੀ ਹੈ। ਫੌਕਸ ਬਿਜ਼ਨਸ ਨਿਊਜ਼ ਤੇ ਲੈਰੀ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਭਾਰਤ ਦੀਆਂ ਟੈਕਸ ਦਰਾਂ ਨੂੰ ਬੇਹੱਦ ਉੱਚੀਆਂ ਦੱਸਦਿਆਂ ਸਵਾਲ ਖੜੇ ਕੀਤੇ। ਸਾਬਕਾ ਰਾਸ਼ਟਰਪਤੀ ਨੇ ਕਿਹਾ, ਦੂਜੀ ਚੀਜ਼ ਜੋ ਮੈਂ ਚਾਹੁੰਦਾ ਹਾਂ ਉਹ ਇਕਸਾਰ ਟੈਕਸ ਹੈ। ਭਾਰਤ ਉੱਚ ਟੈਕਸ ਵਸੂਲਦਾ ਹੈ। ਮੈਂ ਇਸ ਨੂੰ ਹਾਰਡਲੇ ਨਾਲ ਅਜਿਹਾ ਕਰਦੇ ਦੇਖਿਆ ਹੈ। ਮੈਂ ਇਹ ਵੀ ਕਿਹਾ ਕਿ ਤੁਸੀਂ ਭਾਰਤ ਵਰਗੇ ਦੇਸ਼ ਵਿੱਚ ਕਿਵੇਂ ਹੋ, ਉਹ 100%, 150% ਅਤੇ 200% ਟੈਕਸ ਲਗਾਉਂਦੇ ਨੇ। ਟਰੰਪ ਨੇ ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ ਦੀ ਟੈਕਸ ਪ੍ਰਣਾਲੀ ਤੇ ਸਵਾਲ ਉਠਾਉਂਦੇ ਹੋਏ ਕਿਹਾ,
ਮੈਂ ਬਸ ਇਹ ਚਾਹੁੰਦਾ ਹਾਂ ਕਿ ਜੇਕਰ ਭਾਰਤ ਸਾਡੇ ਤੇ ਟੈਕਸ ਲਗਾ ਰਿਹਾ ਹੈ ਤਾਂ ਸਾਨੂੰ ਉਹਨਾਂ ਤੇ ਟੈਕਸ ਲਗਾਉਣਾ ਚਾਹੀਦਾ ਹੈ। ਟਰੰਪ ਨੇ 2024 ਵਿੱਚ ਰਾਸ਼ਟਰਪਤੀ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਉਹਨਾਂ ਨੇ ਬੁੱਧਵਾਰ ਨੂੰ ਹੋਣ ਵਾਲੀ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਪਹਿਲੀ ਪ੍ਰਾਇਮਰੀ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਦੇ ਟੈਕਸਾਸ ਰਾਜ ਵਿੱਚ ਯੂਐਸ ਕਸਟਮਜ਼ ਅਧਿਕਾਰੀਆਂ ਵੱਲੋਂ ਮੈਕਸੀਕੋ ਤੋਂ ਆਈ ਇੱਕ ਕਮਰਸ਼ੀਅਲ ਬੱਸ ਵਿੱਚੋਂ 2 ਦਰਜਨ ਪੈਕੇਟ ਕੋਕੀਨ ਦੇ ਫੜੇ ਜਾਣ ਦੀ ਖਬਰ ਹੈ। ਏਜੰਸੀ ਨੇ ਕਿਹਾ ਹੈ ਕਿ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਰੋਮਾ ਕਮਾਂਤਰੀ ਪੁਲ ਉੱਪਰ ਇੱਕ ਬੱਸ ਵਿੱਚ ਵੰਡਣਯੋਗ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਰੋਮਾ ਦੱਖਣੀ ਟੈਕਸਾਸ ਵਿੱਚ ਰੀਓ ਗ੍ਰਾਂਡ ਦੇ ਨਾਲ ਮੈਕਕੈਲਨ ਦੇ ਉੱਤਰ ਪੱਛਮ ਵਿੱਚ ਮੋਟੇ ਤੌਰ ਤੇ 50 ਮੀਲ ਦੂਰ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਬੱਸ ਤੇ ਪੁਲ ਉੱਪਰ ਪੁੱਜਣ ਤੇ ਜਦੋਂ ਅਫਸਰਾਂ ਨੇ ਇਸ ਦੀ ਡੂੰਘਾਈ ਨਾਲ ਤਲਾਸ਼ੀ ਲਈ ਤਾਂ ਇਸ ਵਿੱਚ ਤਕਰੀਬਨ 22 ਪੈਕੇਟ ਬਰਾਮਦ ਹੋਏ, ਜਿਨ੍ਹਾਂ ਵਿੱਚ ਕੋਕੀਨ ਭਰੀ ਹੋਈ ਸੀ। ਕੋਕੀਨ ਦਾ ਕੁੱਲ ਭਾਰ ਤਕਰੀਬਨ 22 ਕਿਲੋ 500 ਗ੍ਰਾਮ ਹੈ, ਜਿਸ ਦੀ ਬਾਜ਼ਾਰੀ ਕੀਮਤ $3,80,000 ਤੋਂ ਵੱਧ ਬਣਦੀ ਹੈ। ਏਜੰਸੀ ਨੇ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਨਹੀਂ ਦਿੱਤੀ। ਅਮਰੀਕਾ ਨੇ ਗਰਭਵਤੀ ਔਰਤਾਂ ਲਈ ਇੱਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ ਜੋ ਬੱਚਿਆਂ ਨੂੰ ਸਾਹ ਲੈਣ ਵਾਲੇ ਸਿੰਸਟੀਅਲ ਵਾਇਰਸ ਕਾਰਨ ਹੋਣ ਵਾਲੀ ਗੰਭੀਰ ਬਿਮਾਰੀ ਤੋਂ ਬਚਾ ਸਕਦੀ ਹੈ। ਅਮਰੀਕਾ ਅਜਿਹੀ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਦੇਸ਼ ਪਹਿਲਾਂ ਬਣ ਗਿਆ ਸੀ। ਅਸਲ ਵਿੱਚ ਫਾਈਜ਼ਰ ਦੀ ਵੈਕਸੀਨ ਨੂੰ ਗਰਭ ਅਵਸਥਾ ਦੇ 32 ਤੋਂ 36 ਹਫ਼ਤਿਆਂ ਵਿੱਚ ਵਰਤਣ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ ਤਾਂ ਜੋ ਜਨਮ ਤੋਂ 6 ਮਹੀਨਿਆਂ ਤੱਕ ਬੱਚਿਆਂ ਦੀ ਰੱਖਿਆ ਕੀਤੀ ਜਾ ਸਕੇ। ਮਈ ਵਿੱਚ FDA ਨੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ RSV ਨੂੰ ਰੋਕਣ ਦੇ ਲਈ ਐਬਰਿਸਵੋ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਪੱਛਮੀ ਫਿਲਾਡੈਲਫੀਆ ਸ਼ਹਿਰ ਵਿੱਚ ਇੱਕ ਜਨਮ ਦਿਨ ਬਲੌਕ ਪਾਰਟੀ ਦੌਰਾਨ ਤੜਕਸਾਰ ਗੋਲੀ ਚੱਲ ਜਾਣ ਦੇ ਸਿੱਟੇ ਵਜੋਂ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਵਿੱਚ ਇੱਕ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਗੋਲੀਬਾਰੀ ਵਿੱਚ ਇੱਕ 19 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੇ ਚਿਹਰੇ ਤੇ ਸਰੀਰ ਉੱਪਰ ਗੋਲੀਆਂ ਵੱਜੀਆਂ ਨੇ। ਪੁਲਿਸ ਦਾ ਵਿਸ਼ਵਾਸ ਹੈ ਕਿ ਗੋਲੀਬਾਰੀ ਦੌਰਾਨ ਇੱਕ ਤੋਂ ਵੱਧ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਇਹ ਘਟਨਾ ਅੱਧੀ ਰਾਤ ਤੋਂ ਬਾਅਦ 1:30 ਵਜੇ ਤੜਕਸਾਰ ਵਾਪਰੀ। ਫਿਲਾਡੈਲਫੀਆ ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਸੂਚਨਾ ਮਿਲਣ ਤੇ ਜਦੋਂ ਪੁਲਿਸ ਅਫਸਰ ਮੌਕੇ ਉੱਪਰ ਪੁੱਜੇ ਤਾਂ ਉੱਥੇ ਭਾਰੀ ਭੀੜ ਮੌਜੂਦ ਸੀ ਤੇ ਪੀੜਤਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਬੁਲਾਰੇ ਅਨੁਸਾਰ ਅਜੇ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਨਾ ਹੀ ਗੋਲੀ ਚੱਲਣ ਦਾ ਕਾਰਨ ਸਪਸ਼ਟ ਹੋ ਸਕਿਆ ਹੈ, ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਗੋਲੀ ਚਲਾਉਣ ਵਾਲੇ ਕਿੰਨੇ ਸਨ। ਪੁਲਿਸ ਦੇ ਅਨੁਸਾਰ ਮੌਕੇ ਤੋਂ 4 ਦਰਜਨ ਤੋਂ ਵੱਧ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਨੇ। 8 ਪੀੜਤ, ਜਿਨ੍ਹਾਂ ਵਿੱਚ 5 ਔਰਤਾਂ, 2 ਲੜਕੀਆਂ ਤੇ ਇੱਕ ਵਿਅਕਤੀ ਸ਼ਾਮਲ ਹੈ, ਜਿਹੜੇ ਇਲਾਜ ਨੇ। ਮੌਕੇ ਉੱਪਰ ਮੌਜੂਦ ਲੋਕਾਂ ਅਨੁਸਾਰ ਗੋਲੀਆਂ ਚੱਲਣ ਉਪਰੰਤ ਪਾਰਟੀ ਵਿੱਚ ਹਫੜਾ ਦਫੜੀ ਮਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਗਏ। ਇਸ ਦੌਰਾਨ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪ੍ਰਮੁੱਖ ਗੁਰਦੁਆਰਾ ਸਾਹਿਬ ਨੂੰ ਸਾੜਨ ਦੇ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ਸਿੱਖ ਆਗੂ ਮੁੱਢਲੀ ਸੁਣਵਾਈ ਲਈ ਤਾਰੀਖਾਂ ਤੈਅ ਕਰਨ ਦੇ ਲਈ ਅਦਾਲਤ ਵਿੱਚ ਪੇਸ਼ ਹੋਏ। 23 ABC ਨਿਊਜ਼ ਨੇ ਦੱਸਿਆ ਹੈ ਕਿ ਵੇਕਰਸਫੀਲਡ ਸਿਟੀ ਕੌਂਸਲ ਦੇ ਸਾਬਕਾ ਉਮੀਦਵਾਰ ਰਾਜਵੀਰ ਸਿੰਘ ਗਿੱਲ 17 ਅਗਸਤ ਨੂੰ ਆਪਣੀ ਨਿਰਧਾਰਤ ਮੁੱਢਲੀ ਸੁਣਵਾਈ ਲਈ ਪੇਸ਼ ਹੋਏ। ਉਹਨਾਂ ਨੂੰ 4 ਮਾਰਚ ਨੂੰ ਵੇਕਰਸਫੀਲਡ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਨੂੰ ਨਿਸ਼ਾਨਾ ਬਣਾਉਣ ਅਤੇ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਗਿੱਲ ਹੋਣਾ ਤੇ ਸਥਾਨਕ ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਿਸ਼ ਰਚਣ ਅਤੇ ਸ਼ਰਾਰਤੀ ਅਨਸਰਾਂ ਨੂੰ ਦੂਜਿਆਂ ਤੇ ਗੋਲੀ ਚਲਾਉਣ ਦੇ ਲਈ ਸੁਪਾਰੀ ਮੁਹੱਈਆ ਕਰਵਾਉਣ ਦਾ ਦੋਸ਼ ਲਗਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਸੀਗਾ ਕਿ ਗਿੱਲ ਦੇ 31 ਅਗਸਤ ਨੂੰ ਕੇਰਨ ਕਾਉਂਟੀ ਦੀ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣ ਦੀ ਉਮੀਦ ਹੈ। ਉਹ 5 ਅਤੇ 6 ਅਕਤੂਬਰ ਨੂੰ ਮੁੱਢਲੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਣਗੇ। ਆਸਟ੍ਰੇਲੀਆ ਆਪਣੀ ਲੰਬੀ ਦੂਰੀ ਦੀਆਂ ਸਟ੍ਰਾਈਕ ਸਮਰੱਥਾਵਾਂ ਨੂੰ ਹੁਲਾਰਾ ਦੇਣ ਦੇ ਲਈ 1.3 ਬਿਲੀਅਨ ਆਸਟ੍ਰੇਲੀਆਈ ਡਾਲਰ ਖਰਚ ਕਰੇਗਾ। ਉਸਨੇ ਸੋਮਵਾਰ ਨੂੰ ਸੰਯੁਕਤ ਰਾਜ ਤੋਂ 200 ਤੋਂ ਵੱਧ ਟੋਮਾਹਾਕ ਕਰੂਜ਼ ਮਿਜ਼ਾਈਲਾਂ ਖਰੀਦਣ ਦੇ ਲਈ ਇੱਕ ਸੌਦੇ ਨੂੰ ਅੰਤਿਮ ਰੂਪ ਦਿੱਤਾ, ਜੋ ਕਿ ਇੱਕ ਵਿਆਪਕ ਪੱਧਰੀ ਰੱਖਿਆ ਤਬਦੀਲੀ ਦਾ ਹਿੱਸਾ ਹੈ। ਰੱਖਿਆ ਮੰਤਰੀ ਰਿਚਰਡ ਨੇ ਦੱਸਿਆ ਕਿ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਟੋਮਾਹਾਕ ਰੱਖਣ ਵਾਲੇ 3 ਦੇਸ਼ਾਂ ਵਿੱਚੋਂ ਆਸਟ੍ਰੇਲੀਆ ਕੇਵਲ ਇੱਕ ਹੋਏਗਾ। ਮੌਡਲੇਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਉਹਨਾਂ ਸਮਰੱਥਾਵਾਂ ਵਿੱਚ ਨਿਵੇਸ਼ ਕਰ ਰਹੇ ਹਾਂ ਜੋ ਸਾਡੇ ਰੱਖਿਆ ਬਲ ਨੂੰ ਸਾਡੇ ਵਿਰੋਧੀਆਂ ਨੂੰ ਰੋਕਣ ਵਿੱਚ ਸਮਰੱਥਾ ਬਣਾਉਂਦਾ ਹੈ ਅਤੇ ਆਸਟ੍ਰੇਲੀਆਈ ਲੋਕਾਂ ਨੂੰ ਸੁਰੱਖਿਅਤ ਰੱਖਦਾ ਹੈ। US ਸਟੇਟ ਡਿਪਾਰਟਮੈਂਟ ਨੇ ਮਾਰਚ ਵਿੱਚ ਟੋਮਾਹਾਕ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਰੇਂਜ 1500 ਕਿਲੋਮੀਟਰ ਹੈ, ਪਰ ਉਸ ਸਮੇਂ ਇਹ ਸੰਕੇਤ ਨਹੀਂ ਦਿੱਤਾ ਗਿਆ ਸੀਗਾ ਕਿ ਇਕਰਾਰਨਾਮੇ ਤੇ ਦਸਤਖਤ ਕੀਤੇ ਗਏ ਸੀ ਜਾਂ ਗੱਲਬਾਤ ਹੋਈ ਸੀ।
ਅੰਗਰੇਜ਼ੀ ਸ਼ਬਦਕੋਸ਼ ਵਿੱਚ ਇੱਕ ਨਵਾਂ ਸ਼ਬਦ ਹਰੀਕੁਏਕ ਜੁੜਨ ਜਾ ਰਿਹਾ ਹੈ। ਇਹ ਸ਼ਬਦ ਹਰੀਕੇਨ ਤੇ ਅਰਥਕੁਏਕ ਨੂੰ ਜੋੜ ਕੇ ਦਿੱਤਾ ਗਿਆ। ਹਰੀਕੇਨ ਜਾਨੀ ਝੱਖੜ ਤੇ ਅਰਥਕੁਏਕ ਜਾਨੀ ਭੂਚਾਲ ਤੇ ਇਸ ਦਾ ਸੁਮੇਲ ਬਣਿਆ ਹਰੀਕੁਏਕ। ਜਾਣਕਾਰੀ ਦੇ ਅਨੁਸਾਰ ਹਾਲੀਵੁੱਡ ਸ਼ਹਿਰ ਲਾਸ ਏਂਜਲਸ ਵਿੱਚ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਤੋਂ ਬਾਅਦ ਕੁਦਰਤੀ ਆਫਤਾਂ ਲਈ ਇੱਕ ਨਵਾਂ ਸ਼ਬਦ ਤੂਫਾਨ ਸਾਹਮਣੇ ਆਇਆ। ਜਿਵੇਂ ਹਰੀਕੇਨ ਹਿਲੇਰੀ ਨੇ ਸੋਮਵਾਰ ਨੂੰ ਸੰਯੁਕਤ ਰਾਜ ਕੈਲੀਫੋਰਨੀਆ 'ਚ ਆਪਣੀ ਲੈਂਡਫਾਲ ਕੀਤੀ ਸੀ। ਸੰਯੁਕਤ ਤਬਾਹੀ ਦੇ ਸਦਮੇ ਤੋਂ ਬਾਅਦ ਲਾਸ ਏਂਜਲਸ ਦੇ ਵਸਨੀਕਾਂ ਨੇ ਮਾਈਕਰੋ ਬਲੌਗਿੰਗ ਪਲੇਟਫਾਰਮ ਐਕਸ, ਜੋ ਕਿ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਨੂੰ ਸਾਂਝਾ ਕਰਨ ਦੇ ਲਈ ਲਏ ਗਏ ਕਿ ਭੂਚਾਲ ਨੇ ਇੱਕ ਨਵੀਂ ਘਟਨਾ ਨੂੰ ਜਨਮ ਦੇ ਕੇ ਕਿਵੇਂ ਮਹਿਸੂਸ ਕੀਤਾ। ਹਰੀਕੁਏਕ ਐਂਜਲੌਨਸ ਜੋ 84 ਸਾਲਾਂ ਵਿੱਚ ਪਹਿਲੇ ਗਰਮ ਤੂਫਾਨ ਦਾ ਅਨੁਭਵ ਕਰ ਰਹੇ ਸਨ, ਜਿੱਥੇ ਸ਼ਾਬਦਿਕ ਤੌਰ ਤੇ ਹਿੱਲ ਗਿਆ ਕਿਉਂਕਿ ਉਹਨਾਂ ਨੇ ਆਪਣੀ ਭਾਵਨਾਵਾਂ ਦਾ ਦਸਤਾਵੇਜ਼ੀਕਰਨ ਕੀਤਾ ਤੇ ਜਲਦੀ ਹੀ ਨਵਾਂ ਸ਼ਬਦ ਤਿਆਰ ਕੀਤਾ। ਹਾਲਾਂਕਿ ਦੁਨੀਆ ਦੇ ਪ੍ਰਮੁੱਖ ਡਿਕਸ਼ਨਰੀਆਂ ਵਿੱਚੋਂ ਇੱਕ ਮੈਰੀਅਮ ਵੈਬਸਟਰ ਨੇ ਪੁਸ਼ਟੀ ਕੀਤੀ ਹੈ ਕਿ ਤੂਫਾਨ ਸ਼ਬਦ ਅਸਲ ਵਿੱਚ ਮੌਜੂਦ ਨਹੀਂ ਹੈ ਅਤੇ ਕਿਹਾ ਕਿ ਉਹਨਾਂ ਲਈ ਇੱਕ ਨਵਾਂ ਵੀ ਸੀ। ਹਾਲਾਂਕਿ ਸ਼ਬਦ ਅਣਸੁਣਿਆ ਰਹਿੰਦਾ ਹੈ। ਭੂਚਾਲ ਵਿਗਿਆਨੀ ਡਾਕਟਰ ਡੂਸੀ ਨੇ ਕਿਹਾ ਕਿ ਬਹੁਤ ਹੀ ਦੁਰਲਭ ਮਾਮਲਿਆਂ ਦੇ ਵਿੱਚ ਤੂਫਾਨਾਂ ਦੁਆਰਾ ਲਿਆਂਦੇ ਗਏ ਬਹੁਤ ਵੱਡੇ ਘੱਟ ਦਬਾਅ ਵਾਲੇ ਪਰਿਵਰਤਨ ਧਰਤੀ ਦੀ ਛਾਲੇ ਵਿੱਚ ਫਾਲਟ ਸਲਿਪ ਦੇ ਐਪੀਸੋਡ ਨੂੰ ਟਰਿਗਰ ਕਰ ਸਕਦੇ ਨੇ, ਜਿਸ ਨਾਲ ਹੌਲੀ-ਹੌਲੀ ਭੂਚਾਲ ਆਉਂਦੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਗੱਲ ਜ਼ੋਰ ਦੇ ਕੇ ਆਖੀ ਜਾ ਰਹੀ ਹੈ ਕਿ ਕਈ ਮਹੀਨਿਆਂ ਦੀ ਦੇਰ ਤੋਂ ਬਾਅਦ ਵੀ ਉਹਨਾਂ ਦੀ ਸਰਕਾਰ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਅੱਗੇ ਵਧ ਰਹੀ ਹੈ। ਪਰ ਕੰਜ਼ਰਵੇਟਿਵ ਆਗੂ ਪੀਅਰ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਕਿ ਟਰੂਡੋ ਇਸ ਜਾਂਚ ਦੇ ਰਾਹ ਵਿੱਚ ਅੜਿੱਕਾ ਬਣੇ ਹੋਏ ਨੇ। ਸੋਮਵਾਰ ਨੂੰ ਜਦੋਂ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਾਂਚ ਵਿੱਚ ਦੇਰ ਇਸ ਲਈ ਹੋ ਰਹੀ ਹੈ ਕਿਉਂਕਿ ਲਿਬਰਲ ਸਰਕਾਰ ਵੱਲੋਂ ਕਿਸੇ ਨੂੰ ਇਸ ਪ੍ਰਕਿਰਿਆ ਦੀ ਅਗਵਾਈ ਕਰਨ ਲਈ ਨਹੀਂ ਗਿਆ ਆਖਿਆ, ਤਾਂ ਇਸ ਉੱਤੇ ਟਰੂਡੋ ਨੇ ਕਿਹਾ ਕਿ ਅਜਿਹਾ ਨਹੀਂ ਹੈ। ਸ਼ਾਰਲਟ ਟਾਊਨ, ਪ੍ਰਿੰਸ ਐਡਵਰਡ ਆਈਲੈਂਡ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਸਾਰੀਆਂ ਵਿਰੋਧੀ ਧਿਰਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਾਂ ਤੇ ਚਾਹੁੰਦੇ ਹਾਂ ਕਿ ਜਿਹੜਾ ਵੀ ਸ਼ਖਸ ਇਸ ਪ੍ਰਕਿਰਿਆ ਵਿੱਚ ਅਗਵਾਈ ਕਰੇ ਉਹ ਸਾਰਿਆਂ ਦੀ ਰਜ਼ਾਮੰਦੀ ਨਾਲ ਚੁਣਿਆ ਜਾਏ ਤੇ ਕੈਨੇਡੀਅਨਸ ਦੇ ਹਿੱਤ ਵਿੱਚ ਹੋਏ, ਇਸ ਵਿੱਚ ਕਿਸੇ ਕਿਸਮ ਦਾ ਪੱਖਪਾਤ ਨਾ ਹੋਏ। ਉਹਨਾਂ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਜਾਂਚ ਜਮਹੂਰੀਅਤ ਲਈ ਕਾਫੀ ਹੈ ਅਤੇ ਇਸ ਲਈ ਇਹ ਕਾਫੀ ਅਹਿਮ ਹੈ ਤੇ ਇਸ ਲਈ ਅਸੀਂ ਇਸ ਪਾਸੇ ਲੱਗੇ ਹੋਏ ਹਾਂ। ਦੂਜੇ ਪਾਸੇ ਕੰਜ਼ਰਵੇਟਿਵ ਆਗੂ ਪੀਅਰ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਨਾ ਸੁਝਾ ਚੁੱਕੇ ਹਾਂ ਤੇ ਸਾਡੇ ਵੱਲੋਂ ਇਸ ਪੱਖੋਂ ਸਾਰਾ ਕੰਮ ਕਰ ਲਿਆ ਗਿਆ ਹੈ ਤੇ ਅਸੀਂ ਹੁਣ ਜਾਂਚ ਐਲਾਨੇ ਜਾਣ ਦੀ ਉਡੀਕ ਕਰ ਰਹੇ ਹਾਂ, ਪਰ ਕੁਝ ਨਹੀਂ ਬਣ ਰਿਹਾ। ਇਸ ਕੰਮ ਦੇ ਵਿੱਚ ਸਭ ਤੋਂ ਵੱਡਾ ਰੋੜਾ ਟਰੂਡੋ ਅਟਕਾ ਰਹੇ ਨੇ। ਕੇਵਲ ਟਰੂਡੋ ਕੋਲ ਹੀ ਜਾਂਚ ਕਰਵਾਏ ਜਾਣ ਦਾ ਸੱਦਾ ਦੇਣ ਦੀ ਅਥਾਰਟੀ ਹੈ। ਪੋਲੀਏਵਰ ਨੇ ਆਖਿਆ ਕਿ ਵਿਰੋਧੀ ਧਿਰ ਦਾ ਆਗੂ ਹੋਣ ਨਾਤੇ ਉਹ ਤਾਂ ਜਾਂਚ ਦਾ ਸੱਦਾ ਨਹੀਂ ਦੇ ਸਕਦੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ 21 ਹੋਰ ਮਿਊਨਿਸਪੈਲਿਟੀਜ਼ ਨੂੰ ਸਟਰੋਂਗ ਮੇਅਰ ਪਾਵਰਸ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਸਿਟੀਜ਼ ਤੇ ਟਾਊਨਸ ਨੂੰ ਹਾਊਸਿੰਗ ਸੰਬੰਧੀ ਟੀਚੇ ਪੂਰੇ ਕਰਨ ਦੇ ਲਈ 1.2 ਬਿਲੀਅਨ ਡਾਲਰ ਇਨਸੈਂਟਿਵਸ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਲੰਡਨ, ਓਨਟਾਰੀਓ ਵਿੱਚ ਹੋਈ ਐਸੋਸੀਏਸ਼ਨ ਆਫ ਮਿਊਨਿਸਪੈਲਿਟੀਜ਼ ਆਫ ਓਨਟਾਰੀਓ ਦੀ ਕਾਨਫਰੰਸ ਵਿੱਚ ਦਿੱਤੇ ਭਾਸ਼ਣ ਵਿੱਚ ਫੋਰਡ ਨੇ ਆਖਿਆ ਕਿ ਇਹ ਕਦਮ ਚੁੱਕੇ ਜਾਣ ਨਾਲ 2031 ਤੱਕ ਕਮਿਊਨਿਟੀਜ਼ ਨੂੰ 1.5 ਮਿਲੀਅਨ ਘਰ ਹੋਰ ਬਣਾਉਣ ਵਿੱਚ ਮਦਦ ਮਿਲੇਗੀ। ਅਜਿਹਾ ਪ੍ਰੋਵਿੰਸ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਜ਼ਰੂਰੀ ਹੈ। ਮੇਅਰਸ ਨੂੰ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਸਟਰੋਂਗ ਪਾਵਰਸ ਦੇ ਨਾਲ ਮੇਅਰਸ ਨੂੰ ਹਾਊਸਿੰਗ ਸੰਬੰਧੀ ਬਾਇਲਾਜ਼ ਪੇਸ਼ ਕਰਨ ਤੇ 1/3 ਕਾਉਂਸਲਰਸ ਦੀ ਮਦਦ ਨਾਲ ਇਹਨਾਂ ਨੂੰ ਪਾਸ ਕਰਨ ਦੀ ਖੁੱਲ੍ਹ ਮਿਲਦੀ ਹੈ। ਇਸ ਤੋਂ ਇਲਾਵਾ ਮੇਅਰ ਕਾਉਂਸਲ ਵੱਲੋਂ ਮਨਜ਼ੂਰ ਕੁਝ ਬਾਇਲਾਜ਼ ਨੂੰ ਰੱਦ ਕਰਕੇ ਉਹਨਾਂ ਨੂੰ ਖੁਦ ਪੇਸ਼ ਕਰ ਸਕਦੇ ਨੇ ਤੇ ਕਾਉਂਸਲ ਦੀ ਥਾਂ ਉਤੇ ਸਿਟੀ ਦਾ ਬਜਟ ਆਪ ਤਿਆਰ ਕਰਵਾ ਸਕਦੇ ਨੇ। ਇਹ ਪਸਾਰ ਉਹਨਾਂ ਮਿਊਨਿਸਪੈਲਿਟੀਜ਼ ਦਾ ਕੀਤਾ ਗਿਆ ਹੈ ਜਿਨ੍ਹਾਂ ਦੀ ਆਬਾਦੀ 2031 ਤੱਕ 50,000 ਤੋਂ ਟੱਪ ਜਾਏਗੀ, ਜਿਵੇਂ ਕਿ ਅਰੋਰਾ, ਬੈਲੈਂਡ ਤੇ ਨਾਰਥ ਬੇ ਆਦਿ। 31 ਅਕਤੂਬਰ ਤੱਕ ਸਟਰੋਂਗ ਮੇਅਰਸ ਦੀ ਗਿਣਤੀ 49 ਤੱਕ ਅੱਪੜ ਜਾਏਗੀ। ਫੋਰਡ ਨੇ ਆਖਿਆ ਕਿ ਫੰਡਿੰਗ ਉਹਨਾਂ ਮਿਊਨਿਸਪੈਲਿਟੀਜ਼ ਨੂੰ ਮੁਹੱਈਆ ਕਰਵਾਈ ਜਾਏਗੀ ਜਿਹੜੀਆਂ ਪ੍ਰੋਵਿੰਸ ਵੱਲੋਂ ਮੁਹੱਈਆ ਕਰਵਾਏ ਗਏ ਸਾਲਾਨਾ ਘਰ ਤਿਆਰ ਕਰਨ ਦੇ ਟੀਚੇ ਨੂੰ ਪੂਰਾ ਕਰਨ ਦਾ 80% ਟੀਚਾ ਪੂਰਾ ਕਰਨਗੀਆਂ। ਇਹ ਰਕਮ ਹਾਊਸਿੰਗ ਦੇ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਜਿਵੇਂ ਕਿ ਰੋਡਸ ਤੇ ਵਾਟਰ ਲਾਈਨਸ ਆਦਿ ਵਿਛਾਉਣ ਉੱਤੇ ਵੀ ਵਰਤਿਆ ਜਾ ਸਕੇਗੀ। ਜਿਵੇਂ ਬ੍ਰਿਟੇਨ ਵਿੱਚ ਭਾਰਤੀ ਵਰਤਾਨਵੀ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣੇ ਸੀਗੇ ਕਿ ਉਦਾਂ ਹੀ ਇਤਿਹਾਸ ਅਮਰੀਕਾ ਵਿੱਚ ਹੋਵੇਗਾ, ਉਵੇਂ ਦਾ ਹੀ ਇਤਿਹਾਸ ਅਮਰੀਕਾ ਵਿੱਚ ਦੁਹਰਾਇਆ ਜਾ ਸਕੇਗਾ। ਇੱਕ ਵੱਡਾ ਸਵਾਲ ਹੈ
ਜਿਸ ਦਾ ਉੱਤਰ ਚੋਣਾਂ ਮਗਰੋਂ ਹੀ ਮਿਲੇਗਾ। ਅਸਲ ਵਿੱਚ ਭਾਰਤੀ ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਦੀ ਲੋਕਪ੍ਰਿਯਤਾ ਲਗਾਤਾਰ ਵੱਧ ਰਹੀ ਹੈ। ਇਹ ਗੱਲ ਇੱਕ ਤਾਜ਼ਾ ਸਰਵੇਖਣ ਤੋਂ ਸਾਹਮਣੇ ਆਈ ਹੈ। ਦਰਅਸਲ ਸਰਵੇਖਣ ਦੇ ਵਿੱਚ ਫਲੋਰੀਡਾ ਦੇ ਗਵਰਨਰ ਰੌਨ ਅਤੇ ਰਾਮਾਸਵਾਮੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਲਈ ਦੂਜੇ ਸਥਾਨ ਤੇ ਨੇ। ਰਾਮਾਸਵਾਮੀ 10% ਦੇ ਬਰਾਬਰ ਤੇ ਨੇ। ਹਾਲਾਂਕਿ ਇਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪਿੱਛੇ ਨੇ, ਜੋ ਕਿ 56% ਦੇ ਨਾਲ ਅੱਗੇ ਨੇ। ਭਾਰਤੀ ਮੂਲ ਦੇ ਨੇਤਾ ਦੀ ਲੋਕਪ੍ਰਿਯਤਾ ਅਤੇ ਇਹ ਵੀ ਦਰਸਾਉਂਦੀ ਹੈ ਕਿ ਡੀਸੈਂਟਸ ਜੂਨ 21% ਨਾਲ ਯਾਨੀ ਕਿ 21% ਨਾਲ ਦੂਜੇ ਸਥਾਨ ਤੇ ਸੀ। ਹੁਣ ਉਸ ਦੀ ਲੋਕਪ੍ਰਿਯਤਾ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਹ ਇਸ ਸਮੇਂ 10% ਤੇ ਹੈ। ਇਸ ਦੇ ਨਾਲ ਹੀ ਰਾਮਾਸਵਾਮੀ 2% ਤੋਂ ਜ਼ਿਆਦਾ ਦੇ ਵਾਧੇ ਨਾਲ ਦੂਜੇ ਸਥਾਨ ਤੇ ਪਹੁੰਚ ਗਏ ਨੇ। ਸਮਰਥਕਾਂ ਨੂੰ ਸਾਫ਼ ਹੈ ਕਿ ਉਹਨਾਂ ਨੇ ਕੇਵਲ ਵੋਟ ਪਾਉਣੀ ਹੈ। ਉੱਥੇ ਡੀਸੈਂਟਿਸ ਨੂੰ ਕੰਬਾਊ ਸਮਰਥਨ ਮਿਲਿਆ। ਖਾਸ ਤੌਰ ਤੇ ਰਾਮਾਸਵਾਮੀ ਦੇ ਲਗਭਗ ਅੱਧੇ ਸਮਰਥਕਾਂ ਨੇ ਕਿਹਾ ਕਿ ਉਹ ਯਕੀਨੀ ਤੌਰ ਤੇ ਉਸ ਨੂੰ ਵੋਟ ਪਾਉਣਗੇ। ਟਰੰਪ ਨੇ 80% ਤੋਂ ਵੱਧ ਸਮਰਥਕਾਂ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ਤੇ ਸਾਬਕਾ ਰਾਸ਼ਟਰਪਤੀ ਨੂੰ ਵੋਟ ਪਾਉਣਗੇ। ਐਮਰਸਨ ਕਾਲਜ ਪੋਲ ਦੇ ਕਾਰਜਕਾਰੀ ਨਿਰਦੇਸ਼ਕ ਸਪੈਂਸਰ ਨੇ ਕਿਹਾ ਕਿ ਰਾਮਾਸਵਾਮੀ ਨੇ ਗ੍ਰੈਜੂਏਟ ਡਿਗਰੀਆਂ ਨਾਲ ਵੋਟਰਾਂ ਦਾ ਵਿਸ਼ਵਾਸ ਜਿੱਤਣ ਵਿੱਚ ਸੁਧਾਰ ਕੀਤਾ ਹੈ। ਇਹ ਸਰਵੇਖਣ 16-17 ਅਗਸਤ ਤੱਕ 465 ਵੋਟਰਾਂ ਸਮੇਤ 1000 ਰਜਿਸਟਰਡ ਵੋਟਰਾਂ ਵਿਚਕਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹ ਆਪਣੇ ਰਾਜ ਦੇ ਰਿਪਬਲਿਕਨ ਪ੍ਰਾਇਮਰੀ ਜਾਂ ਕਾਕਸ ਵਿੱਚ ਵੋਟਾਂ ਪਾਉਣ ਦੀ ਯੋਜਨਾ ਬਣਾ ਰਹੇ ਨੇ। ਅਮਰੀਕਾ ਦੇ ਦੱਖਣੀ ਸਿਆਟਲ ਵਿੱਚ ਐਤਵਾਰ ਨੂੰ ਹੁੱਕਾ ਲਾਉਂਜ ਵਿੱਚ ਹੋਈ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਆਟਲ ਪੁਲਿਸ ਨੇ ਮਾਊਂਟ ਬੇਕਰ ਖੇਤਰ 'ਚ ਐਤਵਾਰ ਸਵੇਰ ਦੀ ਗੋਲੀਬਾਰੀ 'ਚ ਕਿਸੇ ਸੰਭਾਵੀ ਸ਼ੱਕੀ ਵਿਅਕਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਕੀਤੀ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੇ ਐਤਵਾਰ ਤੜਕੇ 4:30 ਵਜੇ ਅਧਿਕਾਰੀ ਮੌਕੇ ਤੇ ਪਹੁੰਚੇ। ਪੁਲਿਸ ਦੇ ਮੁਤਾਬਕ ਅਧਿਕਾਰੀਆਂ ਨੂੰ ਮੌਕੇ ਤੇ 2 ਮਰਦ ਤੇ ਇੱਕ ਔਰਤ ਜ਼ਖਮੀ ਹਾਲਤ 'ਚ ਮਿਲੇ। ਦੋਵਾਂ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਔਰਤ ਨੇ ਬਾਅਦ ਵਿੱਚ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ। ਘਟਨਾ ਦੇ ਪੀੜਤਾਂ ਦੇ ਨਾਂ ਤੇ ਉਮਰ ਤੁਰੰਤ ਮੁਹੱਈਆ ਨਹੀਂ ਕਰਵਾਈ ਗਈ। ਪੁਲਿਸ ਨੇ ਦੱਸਿਆ ਕਿ 6 ਜ਼ਖਮੀਆਂ 'ਚੋਂ ਇੱਕ ਦੀ ਹਾਲਤ ਨਾਜ਼ੁਕ ਹੈ ਤੇ ਬਾਕੀ 5 ਦੀ ਹਾਲਤ ਸਥਿਰ ਹੈ। ਟੋਰਾਂਟੋ ਪੁਲਿਸ ਵੱਲੋਂ ਮੋਟਰਸਾਈਕਲ ਦੀ ਕਥਿਤ ਕਾਰ ਜੈਕਿੰਗ ਦੇ ਸੰਬੰਧ ਵਿੱਚ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਆਨਲਾਈਨ ਐਡ ਤੋਂ ਬਾਅਦ ਮੋਟਰਸਾਈਕਲਿਸਟ ਇਸ ਮਸ਼ਕੂਕ ਦੇ ਗਰੁੱਪ ਨੂੰ ਮਿਲਿਆ। ਮਸ਼ਕੂਕਾਂ ਵੱਲੋਂ ਪੇਪਰ ਸਪਰੇਅ ਕਰਕੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਕਾਰ ਜੈਕਿੰਗ ਦੀਆਂ ਖਬਰਾਂ ਮਿਲਣ ਤੋਂ ਬਾਅਦ 12 ਅਗਸਤ ਨੂੰ ਰਾਤੀ 9 ਵਜੇ ਤੋਂ ਪਹਿਲਾਂ ਪੁਲਿਸ ਅਧਿਕਾਰੀ ਕਿੰਗਸਟਨ ਰੋਡ ਤੇ ਸੈਲਸਿਸਟ ਡਰਾਈਵ ਇਲਾਕੇ 'ਚ ਪਹੁੰਚੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਨਲਾਈਨ ਮੋਟਰਸਾਈਕਲ ਦੀ ਖਰੀਦਦਾਰੀ ਨੂੰ ਮੁਕੰਮਲ ਕਰਨ ਦੇ ਲਈ ਮਸ਼ਕੂਕ ਤੇ ਮੋਟਰਸਾਈਕਲ ਦਾ ਮਾਲਕ ਮੀਟਿੰਗ ਕਰਨ ਦੇ ਲਈ ਇੱਥੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਘਟਨਾ ਦਾ ਸ਼ਿਕਾਰ ਵਿਅਕਤੀ ਸਮੇਂ ਨਾਲ ਮੀਟਿੰਗ ਦੀ ਮਿੱਥੀ ਹੋਈ ਥਾਂ ਉੱਤੇ ਪਹੁੰਚ ਗਿਆ ਤੇ ਇੱਥੇ ਹੀ 3 ਮਸ਼ਕੂਕਾਂ ਵੱਲੋਂ ਉਸ ਤੱਕ ਪਹੁੰਚ ਕੀਤੀ ਗਈ। ਇੱਕ ਮਸ਼ਕੂਕ ਵੱਲੋਂ ਕਥਿਤ ਤੌਰ ਉੱਤੇ ਉਸ ਵਿਅਕਤੀ ਦੇ ਮੂੰਹ ਤੇ ਪੇਪਰ ਸਪਰੇਅ ਕਰ ਦਿੱਤਾ ਗਿਆ, ਜਦਕਿ 2 ਹੋਰ ਉੱਥੋਂ ਬਚ ਗਏ। ਤੀਜਾ ਸ਼ਖਸ ਉਸ ਵਿਅਕਤੀ ਦਾ ਮੋਟਰਸਾਈਕਲ ਖੋਹ ਕੇ ਉੱਥੋਂ ਫਰਾਰ ਹੋ ਗਿਆ। ਜਾਂਚਕਾਰਾਂ ਦਾ ਕਹਿਣਾ ਹੈ ਕਿ 18 ਅਗਸਤ ਨੂੰ ਉਹਨਾਂ ਨੂੰ ਇੱਕ ਲੜਕਾ ਚੋਰੀ ਦੇ ਮੋਟਰਸਾਈਕਲ ਉੱਤੇ ਜਾਂਦਾ ਨਜ਼ਰ ਵੀ ਆਇਆ, ਪਰ ਉਹ ਕਿਸੇ ਤਰ੍ਹਾਂ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਗਿਆ। 2 ਦਿਨ ਬਾਅਦ ਆਖਿਰਕਾਰ 20 ਅਗਸਤ ਨੂੰ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ 14 ਸਾਲਾ ਲੜਕੇ ਉੱਤੇ ਕਈ ਚਾਰजेस ਲਗਾਏ ਗਏ ਨੇ। ਅਜੇ 2 ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ। ਡਾਊਨਟਾਊਨ ਟੋਰਾਂਟੋ ਵਿੱਚ ਸਵੇਰ ਵੇਲੇ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਾਮਲੇ ਦੀ ਹੋਮਸਾਈਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਸਵੇਰੇ 4:50 ਦੇ ਨੇੜੇ-ਤੇੜੇ ਕਾਲਜ ਸਟਰੀਟ ਦੇ ਸਪੈਡੇਨਾ ਐਵਨਿਊ ਇਲਾਕੇ ਵਿੱਚ ਐਮਰਜੈਂਸੀ ਹਮਲੇ ਨੂੰ ਸੱਦਿਆ ਗਿਆ। ਪੁਲਿਸ ਨੇ ਆਖਿਆ ਕਿ 2 ਜਾਂ 3 ਲੋਕਾਂ ਦਾ ਗਰੁੱਪ ਬਾਹਰ ਬਹਿਸ ਕਰ ਰਿਹਾ ਸੀ, ਜਦੋਂ ਇੱਕ ਵਿਅਕਤੀ ਨੇ ਗਨ ਕੱਢ ਲਈ ਤੇ ਦੂਜੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਇੱਕ ਵਿਅਕਤੀ ਜੋ ਕਿ ਆਪਣੇ 40ਵਿਆਂ ਵਿੱਚ ਸੀ, ਸਪੈਡੇਨਾ ਵਿੱਚ ਸਟੋਰ ਫਰੰਟ ਦੇ ਬਾਹਰ ਮਿਲਿਆ। ਗੋਲੀ ਲੱਗਣ ਕਾਰਨ ਉਹ ਜ਼ਖਮੀ ਸੀ। ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਬਾਅਦ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਗੱਡੀ ਵਿੱਚ ਦਾਖਲ ਹੋਣ ਤੋਂ ਪਹਿਲਾਂ 2 ਵਿਅਕਤੀਆਂ ਨੂੰ ਸਪੈਡੇਨਾ ਦੇ ਪੂਰਬ ਵੱਲ ਜਾਂਦਾ ਵੇਖਿਆ ਗਿਆ। ਫਿਰ ਉਹ ਗੱਡੀ ਵਿੱਚ ਬੈਠ ਕੇ ਉੱਤਰ ਵੱਲ ਚਲੇ ਗਏ। ਕਿਸੇ ਹੋਰ ਮਸ਼ਕੂਕ ਦੀ ਜਾਣਕਾਰੀ ਹਾਸਲ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਆਪਣੇ ਹੱਥ ਲੈ ਲਈ ਗਈ ਹੈ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਸਭ ਸੋਚ ਸਮਝ ਕੇ ਕੀਤਾ ਗਿਆ ਹੈ। ਜਾਂਚ ਲਈ ਸਪੈਡੇਨਾ ਨੂੰ ਕਾਲਜ ਤੋਂ ਨਸਾਊ ਸਟਰੀਟ ਤੱਕ ਬੰਦ ਕਰ ਦਿੱਤਾ ਗਿਆ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।